ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਰਪ੍ਰੀਤ ਕੌਰ 1984 ਦੀ ਪੀੜਤ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ 1984 'ਚ ਸਿੱਖ ਨਸਲਕੁਸ਼ੀ ਹੋਈ ਸੀ ਨਵੰਬਰ 'ਚ, ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ। ਔਰ ਉਸ ਵੇਲੇ ਹਿੰਦੁਸਤਾਨ ਦੀ ਸਰਕਾਰ ਨੇ, ਰਾਜੀਵ ਗਾਂਧੀ ਨੇ ਇਹ ਇਨਡਾਇਰੈਕਟ ਵੇ ਕਹਿ ਕੇ ਆਪਣੇ ਗੁੰਡਿਆਂ ਕੋਲੋਂ ਸਿੱਖਾਂ ਨੂੰ ਮਰਵਾਇਆ ਸੀ, ਜਿੰਦੇ ਸਾੜੇ ਸੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਪਾਰਟੀ ਨੇ ਕੀਤਾ। ਉਸ ਵੇਲੇ ਸਾਰਿਆਂ ਦੇ ਦਿਮਾਗ 'ਚ ਇੱਕੋ ਗੱਲ ਸੀ ਕਿ ਸਿੱਖਾਂ ਨੂੰ ਖਤਮ ਕਰਨਾ। ਸਾਰੇ ਇੱਕ ਪਾਸੇ ਸਿੱਖ ਵਰਸਸ ਹੋ ਗਿਆ ਸੀ। ਉਸ ਵੇਲੇ ਮੈਂ 16 ਸਾਲ ਦੀ ਸੀ। ਮੇਰੇ ਫਾਦਰ ਸਾਹਿਬ ਨੂੰ ਮੇਰੀ ਅੱਖਾਂ ਦੇ ਸਾਹਮਣੇ ਜਿੰਦਾ ਜਲਾਇਆ ਗਿਆ। ਮੇਰਾ ਸਾਰੀ ਇੰਟਰਵਿਊ ਨੈੱਟ 'ਤੇ ਪਈ ਵੀ ਹੈ ਕਿ ਮੈਂ ਇੱਕ ਇੱਕ ਦਾ ਨਾਂ ਲਿਆ, ਕਿੰਨੇ ਕਿੰਨੇ ਮਾਰਿਆ। ਔਰ ਤੁਹਾਨੂੰ ਪਤਾ ਹੀ ਹੋਣਾ ਕਿ ਵੀ ਪਿੱਛੇ ਜੀ ਮੈਂ ਭੁੱਖ ਹੜਤਾਲ 'ਤੇ ਵੀ ਬੈਠੀ ਸੀ 2013 'ਚ, ਜਦੋਂ ਇਹਨਾਂ ਨੇ ਸੱਜਣ ਕੁਮਾਰ ਨੂੰ ਬਰੀ ਕੀਤਾ। ਔਰ ਉਸ ਵੇਲੇ ਮੈਂ ਫਾਸਟ ਟਰੈਕ ਦੀ ਮੰਗ ਰੱਖੀ ਸੀ ਔਰ ਸਪੀਡ ਟਰਾਇਲ ਦੀ, ਅਤੇ ਜਿਸ ਦੇ ਨਾਲ ਸਾਡਾ ਕੇਸ ਚੱਲਿਆ। ਇਹ ਮੰਗਾਂ ਮੰਨੀਆਂ ਗਈਆਂ ਸੀ ਔਰ ਮੇਰਾ 2018 'ਚ ਉਹਨੂੰ ਸਜ਼ਾ ਹੋ ਗਈ ਸੀ। ਜਿਸ ਵੇਲੇ ਇਹ ਹਾਦਸਾ ਹੋਇਆ ਉਸ ਵੇਲੇ ਮੇਰੀ ਉਮਰ 16 ਸਾਲ ਸੀ। ਮੇਰੀ ਅੱਖਾਂ ਦੇ ਸਾਹਮਣੇ ਮੇਰੇ ਫਾਦਰ ਨੂੰ ਜਿੰਦਾ ਜਲਾਇਆ। ਮਾਰਨ ਵਾਲੇ ਵੀ ਕੋਈ ਦੂਰ ਦੇ ਨਹੀਂ ਸੀ, ਆਪਣੇ ਹੀ ਸੀ। ਸਾਡੇ ਉਸ ਕਲੋਨੀ ਦੇ ਲੋਕਾਂ ਨੇ ਹੀ ਮਾਰਿਆ। ਮੇਰੇ ਫਾਦਰ ਸਾਹਿਬ ਨੂੰ ਮਾਰਨ ਦੇ ਵਿੱਚ MP ਸੱਜਣ ਕੁਮਾਰ ਹੈ, ਉਹਦਾ ਭਾਂਜਾ ਬਲਵਾਨ ਖੋਖਰ ਜਿਹੜਾ ਕੌਂਸਲਰ ਸੀ, ਉਸ ਦਾ ਛੋਟਾ ਭਰਾ ਬਲਵਾਨ ਖੋਖਰ ਦਾ ਕਿਸ਼ਨ ਖੋਖਰ, ਐਕਸ MLA ਮਹਿੰਦਰ ਯਾਦਵ, ਏਅਰਫੋਰਸ ਦਾ ਨੇਵੀ ਦਾ ਕੈਪਟਨ ਭਾਗਮਲ ਸਿੰਘ, ਔਰ ਇੰਸਪੈਕਟਰ NK ਕੌਸ਼ਿਕ ਨੇ ਮਾਚਿਸ ਦਿੱਤੀ ਸੀ, ਜਿਸ ਦੇ ਨਾਲ ਮੇਰੇ ਫਾਦਰ ਸਾਹਿਬ ਨੂੰ ਅੱਗ ਲਾਈ ਸੀ। ਮੈਂ ਗੁਰਦੁਆਰਾ ਸਾਹਿਬ ਨੂੰ, ਜਿਹੜਾ ਸਾਡੇ ਇਸ ਕੇਸ 'ਚ ਸਜ਼ਾ ਜਿਹੜੀ ਹੋਈ ਹੈ, ਗਵਾਹੀ ਵੀ ਮੇਰੀ ਹੈ ਗੁਰਦੁਆਰਾ ਸਾਹਿਬ ਦੇ ਉੱਤੇ ਕਿ ਵੀ ਹਮਲਾ ਕਿੱਦਾਂ ਹੋਇਆ। ਮੈਂ ਉਹ ਸਾਰਾ ਵਾਕਿਆ ਦੱਸਿਆ। ਮੇਰੇ ਫਾਦਰ ਸਾਹਿਬ ਨੂੰ ਇਹਨਾਂ ਨੇ 3 ਵਾਰੀ ਅੱਗ ਲਾਈ ਆ। ਮੈਂ ਅੱਜ ਵੀ ਜਦੋਂ ਉਹ ਸੀਨ ਦੇਖਦੀ ਯਾਦ ਆਉਂਦਾ ਤੇ ਮੇਰੇ ਰੌਂਗਟੇ ਖੜੇ ਹੋ ਜਾਂਦੇ ਨੇ, ਕਿਉਂਕਿ ਮੇਰੀ ਫਾਦਰ ਸਾਹਿਬ ਨਾਲ ਅਟੈਚਮੈਂਟ ਬਹੁਤ ਸੀ। ਧੋਖੇ ਨਾਲ ਲਿਜਾ ਕੇ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਮਾਰਿਆ। ਅਸੀਂ 4 ਘੰਟੇ ਮੁਕਾਬਲਾ ਕੀਤਾ। ਸਾਡੀ ਗਲੀ ਸਿੱਖਾਂ ਦੀ ਸੀ, 2 ਗਲੀਆਂ ਅਗਲੀਆਂ, ਉਹ ਸਾਰੀਆਂ ਮਾਰਤੀਆਂ ਇਹਨਾਂ ਨੇ। ਜਦੋਂ ਅਸੀਂ ਉੱਥੋਂ ਨਿਕਲੇ ਹਾਂ, ਮੈਂ ਘਰ ਜਦੋਂ ਗਈ ਆਪਣੇ ਫਾਦਰ ਸਾਹਿਬ ਨੂੰ ਸੜਦੇ ਦੇਖ ਕੇ ਮੈਂ ਵਾਪਸ ਗਈ ਹਾਂ। ਉੱਥੇ ਕਹਿ ਤੱਕ ਵੀ ਹੁਣ ਇਹਦਾ ਪਰਿਵਾਰ ਖ਼ਤਮ ਕਰ ਦੇਣਾ। ਮੈਂ ਘਰ ਜਾ ਕੇ ਕੀ ਦੇਖਿਆ, ਮੇਰੀ ਮਦਰ ਬੇਹੋਸ਼ ਪਏ ਆ ਅਤੇ ਪੁਲਿਸ ਸਾਡੇ ਘਰ ਖੜ੍ਹੀ ਆ ਔਰ ਸਾਡੇ ਘਰ ਨੂੰ ਅੱਗ ਲੱਗੀ ਆ। ਮਦਰ ਇਸ ਕਰਕੇ ਬੇਹੋਸ਼ ਸੀ ਕਿਉਂਕਿ ਸਾਡੇ 4 ਘੰਟੇ ਅਸੀਂ ਮੁਕਾਬਲਾ ਕੀਤਾ। ਉਸ ਵੇਲੇ ਫੱਟੜ ਹੋ ਗਏ ਸੀ ਮਦਰ। ਜਦੋਂ ਅਸੀਂ ਘਰੋਂ ਨਿਕਲੇ ਹਾਂ, ਏਅਰਫੋਰਸ ਦੀ ਗੱਡੀ ਸਾਨੂੰ ਆਈ, ਲਿਫਟ ਲਈ ਆ। ਸਾਡੇ ਗੁਆਂਢੀ ਏਅਰਫੋਰਸ 'ਚ ਸੀ। ਉਹਨਾਂ ਨੇ, ਮੇਰਾ ਸਭ ਤੋਂ ਛੋਟਾ ਭਰਾ ਜਿਹਦੀ ਉਮਰ 9 ਸਾਲ ਸੀ, ਔਰ ਨਾਲ ਉਹਦੀ ਗੁੱਤ ਕਰਕੇ ਮੇਰੀ ਫਰੋਕ ਪਾ ਕੇ ਉਹਨੂੰ ਲੈ ਗੱਡੀ ਆਈ ਹੈ ਅਤੇ ਸਾਨੂੰ ਲਿਫਟ ਮਿਲੀ। ਅਸੀਂ ਉਹਦੇ 'ਚ ਗਿਆ। ਜਦੋਂ ਅਸੀਂ ਜਾ ਰਹੇ ਸੀ ਉਸੇ ਰਸਤੇ 'ਚੋਂ ਆਇਆ, ਉਸ ਵਕਤ ਮੇਰੇ ਫਾਦਰ ਸਾਹਿਬ ਪੂਰੇ ਜਲ ਚੁੱਕੇ, ਸਿਰਫ ਇੱਕ ਪਿੰਨੀ ਰਹਿ ਗਈ ਸੀ। 2 ਤਰੀਕ ਨੂੰ ਸਵੇਰੇ ਸੱਜਣ ਕੁਮਾਰ ਨੇ ਭਾਸ਼ਣ ਦਿੱਤਾ। ਮੈਂ 2 ਤਰੀਕ ਨੂੰ ਵੀ ਬੰਦੇ ਕੱਢਣ ਗਈ, ਅਤੇ ਜਦੋਂ ਅਸੀਂ ਕਲੋਨੀ ਵੱਲ ਨੂੰ ਗਏ ਹਾਂ ਅਤੇ ਰੋਡ 'ਤੇ ਖਲੋਤਾ ਜੀ ਪੁਲਿਸ ਦੀ जीप 'ਚ सज्जन कुमार भाषण दे रहे कि भी सरदार बचना नहीं चाहिए, इन सरदारों को मारो, इन्होंने हमारी माँ को मारा है। जीप वाले डर गए, एयरफोर्स वाले सानू वापस लाए कि भी तेरे नाल ते असीं भी मारे जावांगे। मैं तो रात नूं गई हाँ, 3 नूं फिर गई हाँ, कुछ बंदे कड्डे ने। जो 3 नूं आर्मी लग गई है, 4 नूं असीं गए हाँ, उत्थे आर्मी की गड्डी सानू लैके गई है।
ਵਿੰਗ ਕਮਾਂਡਰ ਐਲਐਸ ਪੰਨੂ ਨੇ ਬਹੁਤ ਸਾਡਾ ਸਾਥ ਦਿੱਤਾ। ਉਹ ਮੈਨੂੰ ਨਾਲ ਲੈ ਕੇ ਗਏ। ਸਾਡੀ ਕਲੋਨੀ 'ਚੋਂ ਆਖਿਆ ਜਾਣ ਨੂੰ ਸਾਰਿਆਂ ਨੇ ਮਨਾ ਕਰਤਾ। ਕਹਿੰਦੇ ਫਿਰ ਮੈਂ ਕਿਹਾ ਆਂਟੀ ਮੈਂ ਨਾਲ ਚੱਲਣੀ ਆ, ਅਸੀਂ ਸਾਰੇ ਚੱਲਦੇ ਹਾਂ। ਜਦੋਂ ਅਸੀਂ ਸਾਰੇ ਗਏ ਹਾਂ ਅਤੇ ਮੇਰੇ ਫਾਦਰ ਦੀਆਂ ਉੱਥੇ ਇੰਨੀਆਂ ਕੈਸ਼ਸ ਪਈਆਂ ਸੀ ਸਾਰਿਆਂ ਦੀਆਂ। ਘਰਾਂ ਘਰੇ ਗਏ ਦੇਖਿਆ ਤਾਂ ਸਾਡੇ ਘਰ ਨੂੰ ਹਜੇ ਧੂੰਆਂ ਲੱਗਿਆ ਸੀ। ਉਸ ਆਰਮੀ ਦੇ ਵਿੰਗ ਕਮਾਂਡਰ ਐਲਐਸ ਪੰਨੂ ਅੰਕਲ ਨਾਲ ਅਤੇ ਆਰਮੀ ਦੀ ਸਪੋਰਟ ਨਾਲ ਫਾਰਮ ਦੇ ਵਿੱਚ 18 ਲਾਸ਼ਾਂ ਪਈਆਂ ਸੀ। ਸਾਡੇ ਉੱਤੇ ਲਾਗੇ ਫਾਰਮ ਸੀ। ਕਹਿੰਦੇ ਅਸੀਂ ਉਹ ਲਾਸ਼ਾਂ ਇਕੱਠੀਆਂ ਕਰਕੇ ਅਤੇ 18 ਲਾਸ਼ਾਂ ਦਾ ਸੰਸਕਾਰ ਕੀਤਾ। ਔਰ ਗਲੀ 'ਚ ਕਈ ਲਾਸ਼ਾਂ ਪਈਆਂ ਸੀ ਜਿਨ੍ਹਾਂ ਨੂੰ ਉਸ ਵੇਲੇ ਇਕੱਠੀਆਂ ਕਰਕੇ ਅਸੀਂ ਸੰਸਕਾਰ ਕੀਤੇ। ਉਸ ਤੋਂ ਬਾਅਦ ਅਸੀਂ ਉਹ ਟਾਈਮ ਦੇਖਿਆ, ਕੈਂਪਾਂ 'ਚ ਰਹੇ, ਧੱਕੇ ਖਾਧੇ। ਮੈਨੂੰ ਪਤਾ ਨਹੀਂ ਸੀ, ਮੇਰੀ ਬੇਵਕੂਫੀਆਂ ਨਾ ਸਮਝੀਆਂ, ਮੈਂ ਬਰਦਾਸ਼ਤ ਨਹੀਂ ਕਰ ਸਕੀ। ਮੈਂ ਚੁੱਪ ਨਹੀਂ ਹੋਈ। ਮੈਂ ਕਿਹਾ ਮੇਰੇ ਫਾਦਰ ਸਾਹਿਬ ਨੂੰ ਇਹਨਾਂ ਨੇ ਮਾਰਿਆ। ਮੈਂ ਉਹਨਾਂ ਦੇ ਨਾਂ ਲਏ। ਉਲਟਾ ਮੈਨੂੰ ਸਪੋਰਟ ਦੇਣ ਨੂੰ ਇਹ ਲੋਕ ਉਹਨਾਂ ਨੂੰ ਸਰਕਾਰ ਸਪੋਰਟ ਦੇਣ ਲੱਗ ਗਏ ਔਰ ਮੇਰੇ 'ਤੇ ਮੈਨੂੰ ਧਮਕੀਆਂ ਦਿੱਤੀਆਂ। ਮੈਨੂੰ ਮਾਰਨ ਨੂੰ ਵੀ ਬੰਦੇ ਭੇਜੇ। ਦਸੰਬਰ 'ਚ ਇਹਨਾਂ ਨੇ ਵਿੰਗ ਕਮਾਂਡਰ ਐਲਐਸ ਪੰਨੂ ਨੂੰ ਮਾਰਤਾ ਔਰ ਐਕਸੀਡੈਂਟਲ ਮੌਤ ਸ਼ੋਅ ਕੀਤੀ, ਕਿਉਂਕਿ ਵਿੰਗ ਕਮਾਂਡਰ ਐਲਐਸ ਪੰਨੂ ਮੈਨੂੰ ਸਪੋਰਟ ਕਰਦੇ ਸੀ। ਔਰ ਉਸ ਤੋਂ ਬਾਅਦ ਮੇਰੇ ਘਰ ਦੇ ਡਰ ਗਏ। ਮੇਰੇ ਘਰਦਿਆਂ ਨੇ ਮੈਨੂੰ ਪੰਜਾਬ ਪੜ੍ਹਨੇ ਪਾਤਾ, ਜਿੱਥੇ ਮੈਂ ਕਾਲਜ 'ਚ ਮਨ 'ਚ ਹੋਰ ਰੋਸ ਆਇਆ ਕਿ ਇੱਕ ਮੇਰਾ ਘਰ-ਬਾਰ ਸਾੜਤਾ, ਮੇਰੇ ਫਾਦਰ ਨੂੰ ਮਾਰਤਾ, ਹੁਣ ਮੇਰੇ ਪਰਿਵਾਰ ਤੋਂ ਵੀ ਮੈਨੂੰ ਦੂਰ ਕਰ ਰਹੇ ਆ। ਮੈਂ ਫੈਡਰੇਸ਼ਨ ਜੁਆਇਨ ਕਰ ਲਈ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ। ਦਿੱਲੀ 'ਚ ਟਰਾਂਜ਼ਿਸਟਰ 85 'ਚ ਟਰਾਂਜ਼ਿਸਟਰ ਬੰਬ ਕਾਂਡ ਹੋਏ, ਉਹਦੇ 'ਚ ਵੀ ਇਹਨਾਂ ਨੇ ਮੈਨੂੰ ਫਸਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰਮਾਤਮਾ ਦੀ ਕਿਰਪਾ ਨਾਲ ਮੈਂ ਉਹਦੇ 'ਚ ਵੇਲੇ ਬਚ ਗਈ। ਉਸ ਵੇਲੇ ਵੀ ਘਰਦਿਆਂ ਨਾਲ ਬੜਾ ਪੈਸਾ ਲੱਗਾ। 1986 'ਚ ਮੈਂ ਫੈਡਰੇਸ਼ਨ 'ਚ ਸੀ। ਇੱਕ ਖਾੜਕੂ ਸਿੰਘ ਨਾਲ ਮੇਰੇ ਆਨੰਦ ਕਾਰਜ ਵੀ ਹੋਏ ਔਰ ਅਸੀਂ ਦਿੱਲੀ ਗਏ ਹਾਂ ਆਪਣੇ ਕੰਮ ਨੂੰ। ਇਹ ਕਿਸੇ ਨੇ ਵਿੱਚ ਮੁਖਬਰੀ ਕਰਤੀ। ਕਹਿੰਦੇ ਨੇ ਜੇ ਇੱਥੇ ਹਰੀ ਸਿੰਘ ਨਲਵੇ ਵਰਗੇ ਹੈਗੇ ਸਿੱਖ ਕੌਮ 'ਚ ਬਹਾਦਰ, ਅਤੇ ਡੋਗਰੇ ਵਰਗੇ ਵੀ, ਧਿਆਨ ਸਿੰਘ ਡੋਗਰੇ ਵਰਗੇ ਵੀ ਵਿੱਚ ਹੈਗੇ, ਵਿੱਚ ਕਿਸੇ ਨੇ ਮੂੰਹ ਮਾਰਤਾ। ਸਾਡਾ ਮਿਸ਼ਨ ਵੀ ਨਾਕਾਮਯਾਬ ਹੋਇਆ ਔਰ ਇਹ ਫੜੇ ਗਏ। ਫਿਰ ਉਸ ਤੋਂ ਬਾਅਦ ਮੈਨੂੰ ਵੀ ਫੜਿਆ, ਪਰ ਮੈਨੂੰ ਛਡਾਇਆ ਮੇਰੇ ਹਸਬੈਂਡ ਨੇ ਉੱਥੋਂ ਔਰ ਇਹ ਕਸਟਡੀ 'ਚ ਸੀ ਔਰ ਜੇਲ੍ਹ 'ਚ ਵੈਰੋਵਾਲ ਦੀ ਪੁਲਿਸ ਲੈ ਕੇ ਗਈ ਹੈ ਇਹਨਾਂ ਦਾ ਰਿਮਾਂਡ। ਔਰ ਜੇਲ੍ਹ 'ਚੋਂ ਕੱਢ ਕੇ ਫੇਕ ਐਨਕਾਊਂਟਰ ਜਿਹੜਾ ਸ਼ੁਰੂ ਹੋਇਆ ਮੇਰੇ ਸਿੰਘ ਤੋਂ ਸ਼ੁਰੂ ਹੋਇਆ, ਜਿਹੜਾ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਭਾਈ ਰੋਸ਼ਨ ਨਾਲ ਵੈਰਾਗੀ ਬਿਆਸ ਦਰਿਆ ਤੋਂ ਭੱਜ ਕੇ 31 ਦਸੰਬਰ ਅਤੇ 1 ਜਨਵਰੀ ਦੀ ਰਾਤ 1986-87 ਦੀ ਤੋਂ ਇਹ ਮੁਕਾਬਲਾ ਸ਼ੁਰੂ ਕੀਤਾ। ਔਰ ਮੈਨੂੰ ਫਰਾਰ ਸ਼ੁਰੂ ਕਰਤਾ। ਮੇਰੇ ਮਦਰ ਨੂੰ ਔਰ ਮੇਰੇ ਮਦਰ ਦੀ ਇੱਕ ਫਰੈਂਡ ਆ, ਉਹਨਾਂ ਨੂੰ 3 ਸਾਲ ਜੇਲ੍ਹ 'ਚ ਰਹਿਣਾ ਪਿਆ। ਮੇਰੇ ਮਦਰ 3 ਸਾਲ 1 ਮਹੀਨੇ ਰਹੇ। ਸਾਡੇ 'ਤੇ ਬੜਾ ਤਸ਼ੱਦਦ ਹੋਇਆ। ਮੈਂ 88 'ਚ ਫੜੀ ਗਈ। ਮੈਂ ਫਰਾਰ ਸੀ। ਮੈਂ ਬਲੈਕ ਥੰਡਰ ਦੌਰਾਨ ਫੜੀ ਗਈ। ਉਸ ਵਕਤ ਮੇਰੇ ਕੋਲ ਇੱਕ ਬੇਟਾ ਵੀ ਸੀ, 10 ਮਹੀਨੇ ਦਾ ਬੱਚਾ। ਔਰ ਮੈਂ ਬੜਾ ਔਖਾ ਸਮਾਂ ਕੱਢਿਆ ਔਰ ਮੈਂ ਬਹੁਤ, ਉਸ ਵੇਲੇ ਵੀ ਸਾਡਾ ਰਿਮਾਂਡ ਹੋਇਆ, ਬੜੇ ਥਾਂ ਧੱਕੇ ਖਾਧੇ। ਮੈਨੂੰ ਅੱਜ ਵੀ ਉਹ ਯਾਦ ਆ। ਮਾਲ ਮੰਡੀ SSP ਇਜ਼ਹਾਰ ਆਲਮ ਹੁੰਦਾ ਸੀ। ਮੈਨੂੰ 5-6 ਦਿਨ ਹੋ ਗਏ ਸੀ ਪਾਣੀ ਪੀਤੇ ਨੂੰ। ਮੈਂ ਪਾਣੀ ਮੰਗਿਆ, ਮੈਂ ਕਿਹਾ ਪਾਣੀ, ਅਤੇ ਮੈਨੂੰ ਲੈਟਰਿਨ ਦੇ ਡੱਬੇ 'ਚ ਪਾਣੀ ਪਿਲਾਇਆ ਗਿਆ ਔਰ ਬਹੁਤ ਪੁੱਠਾ ਬੋਲਿਆ ਗਿਆ।
ਉਸ ਤੋਂ ਬਾਅਦ ਜੇਲ੍ਹਾਂ 'ਚ ਰਹੇ, ਧੱਕੇ ਖਾਧੇ। ਕੋਈ ਕਿਸੇ ਲਈ ਹੁਣ ਤਾਂ ਫਿਰ ਵੀ ਬੜੀਆਂ ਮੀਡੀਆ ਹੋ ਗਿਆ, ਬੜੇ ਲੋਕੀ ਕਰਦੇ ਨੇ। ਉਸ ਵੇਲੇ ਤਾਂ ਪਰਛਾਈ ਰਿਸ਼ਤੇਦਾਰ ਕੀ ਆਪਣੇ ਘਰ ਦੇ ਹੀ ਨਹੀਂ ਸੀ ਆਉਂਦੇ। ਜਿਹੜਾ ਜਾਂਦਾ ਸੀ ਮਗਰ ਉਹਨੂੰ ਹੀ ਪੁਲਿਸ ਤੰਗ ਕਰਦੀ ਸੀ ਅਤੇ ਡਰਦਾ ਕੋਈ ਜਾਂਦਾ ਵੀ ਨਹੀਂ ਸੀ। ਮੈਂ ਜੇਲ੍ਹ 'ਚ ਰਹੀ ਹਾਂ। 90 'ਚ ਮੈਨੂੰ ਜ਼ਮਾਨਤ ਮਿਲੀ ਦਿੱਲੀੋਂ, ਮੈਨੂੰ ਟਰਾਂਸਫਰ ਫਿਰ ਅੰਮ੍ਰਿਤਸਰ ਕੀਤਾ। ਜਦੋਂ ਮੇਰੀ ਜ਼ਮਾਨਤ ਹੋਈ ਆ ਅਤੇ ਉਸ ਵੇਲੇ ਦਾ ਮਾਹੌਲ ਇਸ ਤਰ੍ਹਾਂ ਦਾ ਸੀ 90 ਦੇ ਵਿੱਚ ਦਾਕੇ 'ਚ, ਕਿ ਜਿੰਨੀ ਜ਼ਮਾਨਤ ਤੋਂ ਜਿਹੜਾ ਬੰਦਾ ਬਾਹਰ ਆਉਂਦਾ ਸੀ ਉਹਨੂੰ ਚੱਕ ਕੇ ਫਿਰ ਕੇਸ ਪਾ ਕੇ ਅੰਦਰ ਕਰ ਦਿੰਦੇ ਸੀ। ਮੈਨੂੰ ਵੀ ਚੱਕ ਲਿਆ, ਪਰ ਕਿਸੇ ਤਰੀਕੇ ਨਾਲ ਮੇਰੇ 'ਤੇ ਕੇਸ ਨਹੀਂ ਪਿਆ। ਕਦੇ ਅਪਰੋਚ ਲੱਗ ਗਈਆਂ ਕਿਸ ਤਰ੍ਹਾਂ ਵੀ ਕਰਕੇ, ਵੀ ਵੱਡੀ ਦੇ ਕੁਛ ਵੀ ਕਰ, ਅਸੀਂ ਮੇਰਾ ਬਚਾਅ ਹੋ ਗਿਆ ਉਸ ਵੇਲੇ। ਪਰ ਮੈਂ ਘਰ ਨਹੀਂ ਗਈ ਕਿੰਨੇ ਦਿਨ। ਫਿਰ ਉਸ ਤੋਂ ਬਾਅਦ ਪੰਚਾਇਤ ਗਈ ਔਰ ਮੈਂ ਘਰ ਜਾ ਕੇ ਟਿਕੀ। ਹਾਏ ਥੋੜ੍ਹੇ ਹੀ ਦਿਨ ਹੋਏ ਮੈਨੂੰ ਟਿਕੇ ਨੂੰ, ਫਿਰ ਤੰਗ ਕਰਨ ਲੱਗ ਗਏ। ਮੈਂ ਦਿੱਲੀ ਤਰੀਕ 'ਚ ਆਈ, ਤਰੀਕ ਤੋਂ ਉਸ ਤੋਂ ਬਾਅਦ ਮੈਨੂੰ ਤੰਗ ਫਿਰ ਕਰਨ ਲੱਗ ਗਏ। ਮੈਂ ਆਪਣੇ ਬੇਟੇ ਨੂੰ ਬੜੂ ਸਾਹਿਬ ਪੜ੍ਹਨੇ ਭੇਜਿਆ, ਐਡਮਿਸ਼ਨ ਕਰਾ ਕੇ ਆਈ 91 'ਚ, ਔਰ ਉਸਦੀ ਤਬੀਅਤ ਖਰਾਬ ਹੋ ਗਈ ਮਈ ਮਹੀਨੇ 'ਚ। ਮੈਂ ਉਸ ਨੂੰ ਮਿਲਣ ਗਈ, ਉੱਧਰੋਂ ਫੋਨ ਆਇਆ ਅਤੇ ਮੈਂ ਦੇਖਣ ਗਈ। ਜਦੋਂ ਮੈਂ ਵਾਪਸ ਆ ਰਹੀ ਸੀ ਅਤੇ ਨਾਕੇ ਲੱਗੇ ਹੋਏ ਸੀ ਔਰ ਮੈਨੂੰ ਅਰੈਸਟ ਕਰ ਲਿਆ। ਮੈਨੂੰ ਪੁੱਛਿਆ ਗਿਆ ਵੀ ਕਰਨਾ। ਮੇਰੇ ਦਿਲ 'ਚ ਇਹ ਸੀ ਵੀ ਹੁਣ ਮੈਂ ਬੇਲ 'ਤੇ ਆਈ ਹਾਂ, ਮੈਨੂੰ ਕੀ ਗੱਲ ਆ। ਮੈਂ ਆਪਣਾ ਪਿੰਡ ਵੀ ਸਹੀ ਦੱਸਦਾ, ਸਾਰਾ ਕੁਛ ਆ। ਮੈਨੂੰ ਕਹਿੰਦੇ ਤੂੰ ਰੋਸ਼ਨ ਬਿੱਲੇ ਦੇ ਪਿੰਡ ਦੀ ਹੁੰਦੀ ਆ। ਮੈਂ ਕਿਹਾ ਹਾਂਜੀ। ਮੈਂ ਕਿਹਾ ਮੈਂ ਰੋਸ਼ਨ ਦੀ ਵਾਈਫ ਹਾਂ। ਇੰਨੀ ਗੱਲ ਸੁਣ ਕੇ ਕਹਿੰਦੇ ਪਾਸੇ ਹੋ ਜਾਓ। ਪਾਸੇ ਕਰਕੇ ਮੈਨੂੰ ਉੱਥੇ ਲਿਆ, ਮੈਨੂੰ CIA ਸਟਾਫ ਲੈ ਕੇ 17 ਸੈਕਟਰ। SSP ਸੁਮੇਧ ਸੈਣੀ ਸੀ। ਔਰ ਮੈਨੂੰ ਬਹੁਤ ਉਸ ਵੇਲੇ 1 ਹਫ਼ਤਾ ਬਹੁਤ ਟੌਰਚਰ ਕੀਤਾ। ਕਿਸ ਤਰ੍ਹਾਂ ਟੌਰਚਰ ਕਰਦੇ ਸੀ? ਬਹੁਤ ਜ਼ਿਆਦਾ ਮੇਰੀਆਂ ਲੱਤਾਂ ਦੇ ਰੋਲਰ ਫਿਰੇ, ਮੈਨੂੰ ਇਲੈਕਟ੍ਰਿਕ ਸ਼ੌਕ ਦਿੱਤਾ। ਮੈਨੂੰ ਉਸ ਵੇਲੇ ਵੀ ਬੜਾ ਮਾਰਿਆ ਸੀ। ਦਿੱਲੀ ਗਈ ਸੀ ਜਦੋਂ ਮੈਨੂੰ ਟਰਾਂਸਫਰ, ਮੈਂ ਫੜੀ ਗਈ। ਉਸ ਤੋਂ ਬਾਅਦ ਅਕਤੂਬਰ 'ਚ 88 'ਚ ਮੈਂ ਜਦ ਦਿੱਲੀ ਗਈ ਹਾਂ, ਮੈਨੂੰ ਉੱਥੇ ਵੀ ਬੜਾ ਟੌਰਚਰ ਕੀਤਾ ਗਿਆ ਸੀ। ਮੈਨੂੰ ਇੰਨਾ ਬੁਰੀ ਤਰ੍ਹਾਂ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇਹ ਏਡਾ ਘਟੀਆ ਬੰਦਾ ਹੈ ਸੁਮੇਧ ਸੈਣੀ, ਇਹਨੇ ਇਹ ਕੀਤਾ ਮੇਰੇ ਵੇਲੇ। ਇਹਨੇ ਇਹ ਕੀਤਾ ਉਸ ਵੇਲੇ। ਮੇਰੇ ਕੋਲ ਕਿਸਮਤ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਮੈਂ ਕਿ ਉੱਥੇ ਕਿਸੇ ਵੀਰਾਂ ਨੇ, ਕਿਸੇ ਨੂੰ ਪਤਾ ਲੱਗ ਗਿਆ ਅਤੇ ਉੱਥੇ ਫਾਇਰਿੰਗ ਹੋ ਗਈ ਅਤੇ ਮੇਰਾ ਬਚਾਅ ਹੋ ਗਿਆ। ਨਹੀਂ ਤਾਂ ਇਹਨੇ ਤਾਂ ਉੱਥੇ ਪੂਲਾ ਵੀ ਬੁਲਾ ਲਿਆ ਸੀ, ਮੇਰੀ ਸਲਵਾਰ ਉਤਾਰਤੀ ਸੀ। ਔਰ ਤੁਹਾਨੂੰ ਪਤਾ ਹੀ ਹੈ ਪੂਲਾ ਕੀ ਕਰਦਾ ਸੀ। ਮੈਂ ਉਹ ਟਾਈਮ ਵੇਖਿਆ, ਮੈਂ ਕਦੀ ਭੁੱਲਦੀ ਨਹੀਂ। ਅਸੀਂ ਬੜਾ ਸਮਾਂ ਮਾੜਾ ਦੇਖਿਆ। ਜਦੋਂ ਮੈਂ 96 'ਚ ਬਰੀ ਹੋਈ ਹਾਂ, ਕੇਸ ਮੇਰੇ 'ਤੇ ਕੋਈ ਨਹੀਂ ਰਿਹਾ। ਜਦੋਂ 91 'ਚ ਮੈਨੂੰ ਫੜਿਆ ਸੁਮੇਧ ਸੈਣੀ ਨੇ ਬਹੁਤ ਮਾਰਿਆ। ਹਫ਼ਤੇ ਬਾਅਦ ਮੈਂ 1 ਹਫ਼ਤਾ ਟੌਰਚਰ ਕਰਦਾ। ਮੈਂ ਉਹਨੂੰ ਜਦੋਂ ਨੇ ਮੇਰੀ ਰਗਾਂ 'ਤੇ ਇੱਥੇ ਬੂਟ ਰੱਖਿਆ ਔਰ ਮੈਨੂੰ ਆਖਿਆ, ਮੈਂ ਉਹਨੂੰ ਇੱਦਾਂ ਇਸ਼ਾਰਾ ਕੀਤਾ, ਮੈਂ ਕਿਹਾ ਤੇਰੀ ਮੇਰੇ ਨਾਲ ਕੋਈ ਦੁਸ਼ਮਣੀ ਨਹੀਂ, ਤੇਰਾ ਨਹੀਂ। ਮੇਰੀ ਦਿੱਲੀ ਵਾਲਿਆਂ ਨਾਲ ਲੜਾਈ ਹੈ, ਮੇਰੀ ਤੇਰੇ ਨਾਲ ਲੜਾਈ ਨਹੀਂ। ਉਹਨੇ ਮੈਨੂੰ ਛੱਡ ਤੇ ਦਿੱਤਾ ਕਿਉਂਕਿ ਮੇਰੇ ਘਰਦਿਆਂ ਨੇ ਅਪਰੋਚ ਵੀ ਲਵਾ ਲਈ ਸੀ, ਸਭ ਕੁਝ ਕਰ ਲਿਆ ਸੀ। ਉੱਧਰੋਂ ਮੈਨੂੰ ਇਹਨੇ ਛੱਡਿਆ ਔਰ ਉੱਧਰੋਂ ਨੇ ਦਿੱਲੀ ਵਾਲਿਆਂ ਨੂੰ ਇਨਫੋਰਮ ਕਰਤਾ ਕਿ ਬਈ ਮੈਂ ਛੱਡਤੀ ਹੈ, ਤੁਸੀਂ ਫੜ ਲਓ। ਕਿਉਂਕਿ ਐਨਕਾਊਂਟਰ ਸਪੈਸ਼ਲਿਸਟ ਹੁੰਦਾ ਸੀ ਦਿੱਲੀ 'ਚ ਰਾਠੀ, ਉਹਨੇ ਬਹੁਤ ਤੰਗ ਕੀਤਾ ਸੀ ਮੇਰੇ ਮਦਰ ਹੋਰਾਂ ਨੂੰ। ਤਸੀਹੇ ਬੜੇ ਦਿੱਤੇ, ਮੇਰੇ ਬ੍ਰਦਰ ਨੂੰ ਬੜੇ ਤਸੀਹੇ ਦਿੱਤੇ, ਦੋਨਾਂ ਨੂੰ।
ਜਦ ਜੀ ਕਰਦਾ ਸੀ ਇਹਨਾਂ ਨੂੰ ਚੱਕ ਲੈਂਦੇ ਸੀ, ਜਦ ਜੀ ਕਰਦਾ ਛੱਡ ਦਿੰਦੇ ਸੀ। ਇਹੀ ਹਾਲ ਸਾਡਾ ਕਰਦੇ ਸੀ। ਸਾਨੂੰ ਕੰਮਕਾਜ ਵੀ ਨਹੀਂ ਕਰਨ ਦਿੱਤਾ। ਜਦੋਂ ਮੈਂ ਹੋਈਆਂ ਬਾਹਰ ਆਈਆਂ, ਮੈਨੂੰ ਫਿਰ ਪੁਲਿਸ ਤੰਗ ਕਰਨ ਲੱਗੀ। ਘਰਦਿਆਂ ਨੇ ਸੋਚਿਆ ਕਿ ਸ਼ਾਇਦ ਇਹਦਾ ਵਿਆਹ ਕਰ ਦਾਂਗੇ ਕਿ ਬਈ ਇਹ ਸੈੱਟ ਹੋ ਜਾਊਗੀ। ਮੈਂ ਪਹਿਲੀ ਜ਼ਿੰਦਗੀ ਨਾਲੋਂ ਵੀ ਜ਼ਿਆਦਾ ਨਰਕ ਭੋਗਿਆ। ਮੇਰਾ ਛੋਟਾ ਜਿਹਾ ਬੱਚਾ ਵੀ ਖੋ ਕੇ ਲੈ ਗਏ ਸੀ। ਮੈਨੂੰ ਆਪਣੇ ਘਰ ਵਾਸਤੇ ਲੜਾਈ ਕਰਨੀ ਪਈ, ਬੱਚਾ ਲੈਣਾ ਪਿਆ। ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਸੰਘਰਸ਼ ਕੀਤਾ ਕਰਕੇ ਆਪਣਾ ਬਿਜ਼ਨਸ ਖੋਲ੍ਹਿਆ, ਆਪਣਾ ਕਾਰੋਬਾਰ ਚਲਾਇਆ, ਸਭ ਕੁਝ ਕੀਤਾ। ਪੁਲਿਸ ਬੜਾ ਫਿਰ ਵੀ ਤੰਗ ਕਰਦੀ ਰਹੀ ਔਰ ਸਾਡੇ ਘਰੇਲੂ ਵੀ ਪਰੇਸ਼ਾਨੀਆਂ ਬਹੁਤ ਜ਼ਿਆਦਾ ਰਹੀਆਂ। 2001 'ਚ ਮੇਰੀ ਜਿਹੜੀ ਸੈਕੰਡਰੀ ਮੈਰਿਜ ਹੋਈ, ਅਸੀਂ ਸੈਪਰੇਟ ਹੋ ਗਏ। 97 'ਚ ਮੇਰੀ ਰੀਮੈਰਿਜ ਹੋਈ। ਪਰ ਮੈਂ ਬਹੁਤ ਦੁੱਖ ਕੱਟਿਆ ਉਸ 'ਚ ਵੀ। ਅਸੀਂ ਇੱਕ ਤਰ੍ਹਾਂ ਦੇ ਸੈਪਰੇਟ ਹੋ ਗਏ। ਬੜਾ ਸੰਘਰਸ਼ ਕਰਨ ਤੋਂ ਬਾਅਦ ਮੈਨੂੰ 2006 'ਚ ਬੇਟਾ ਮਿਲਿਆ। ਕਦੀ ਲੈ ਜਾਣਾ, ਕਦੀ ਦੇਣਾ, ਬੜੇ ਤਰਲੇ ਲੈ ਕੇ, ਬੜੀਆਂ ਲੜਾਈਆਂ ਕਰਕੇ ਮੈਨੂੰ ਮਿਲਿਆ। ਉਸ ਤੋਂ ਬਾਅਦ ਮੈਂ ਆਪਣੇ ਦਮ ਤੇ ਘਰਦਿਆਂ ਦੇ ਕੋਲ, ਪੇਰੈਂਟਸ ਕਾਫੀ ਤਗੜੇ ਸੀ, ਮਦਰ ਹੋਣੀ, ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤੀ। ਮੈਂ ਆਪਣਾ ਬਿਜ਼ਨਸ ਖੋਲ੍ਹਿਆ, ਆਪਣਾ ਐਕਸਪੋਰਟ ਹਾਊਸ ਬਣਾਇਆ ਔਰ ਬਹੁਤ ਵਧੀਆ ਲਾਰਜ ਸਕੇਲ 'ਤੇ ਮੈਂ ਲੈ ਕੇ ਗਈ। ਔਰ ਇਕੱਲਾ ਆਪਣਾ ਹੀ ਨਹੀਂ, ਮੈਂ 84 ਦੇ ਪਰਿਵਾਰਾਂ ਦਾ ਵੀ ਕੀਤਾ। ਆਪਣੇ ਕੇਸ ਵੀ ਲੜਦੀ ਰਹੀ, ਹੋਰਨਾਂ ਦੇ ਵੀ ਕੇਸ ਚੱਕੇ। ਨਾਨਾਵਤੀ ਕਮਿਸ਼ਨ ਬਣਿਆ। ਨਾਨਾਵਤੀ ਕਮਿਸ਼ਨ 'ਚ ਸਾਡਾ ਕੇਸ ਰੀਓਪਨ ਹੋਇਆ। CBI ਨੇ ਮੈਨੂੰ ਲੱਭਿਆ ਕੀਤਾ ਔਰ ਮੈਂ ਗਵਾਹੀਆਂ ਦਿੱਤੀਆਂ ਉਹਨਾਂ ਨੂੰ। ਮੈਂ ਕਿਹਾ ਤੁਸੀਂ ਕੀ ਕਰ ਸਕਦੇ ਹੋ? ਉਹ ਕਹਿੰਦੇ ਅਸੀਂ ਤੁਹਾਨੂੰ ਲੱਭ ਰਹੇ ਹਾਂ। ਉਹ ਕਹਿੰਦੇ ਕਿ ਤੇਰਾ ਕੇਸ ਫਾਦਰ ਦਾ ਬਦਲਾ ਲਿਆ ਜਾ ਸਕਦਾ, ਤੂੰ ਹੁਣ ਕਲਮ ਦੀ ਲੜਾਈ ਲੜ, ਅਸੀਂ ਤੇਰਾ ਸਾਥ ਦਾਂਗੇ। ਤੁਸੀਂ ਇੰਜ ਕਰੋ, ਕਬ ਗਵਾਹ ਲੱਭ ਕੇ ਦਿਓ। ਮੈਂ ਗਵਾਹ ਲੱਭ ਕੇ ਔਰ ਇਹਨਾਂ ਸਾਰਿਆਂ ਨੂੰ ਅਸੀਂ ਕੇਸ ਰਜਿਸਟਰਡ ਹੋਏ 2010 'ਚ ਔਰ ਇਹ ਕੇਸ ਚੱਲਿਆ 2013 'ਚ। ਸੱਜਣ ਕੁਮਾਰ ਬਰੀ ਹੋ ਗਿਆ, ਬਾਕੀਆਂ ਨੂੰ ਸਜ਼ਾ ਹੋਈ। ਮੈਂ ਭੁੱਖ ਹੜਤਾਲ 'ਤੇ ਬੈਠੀ, ਜ਼ਬਰਦਸਤੀ ਮੈਨੂੰ ਭੁੱਖ ਹੜਤਾਲ 'ਤੇ ਉਠਾਇਆ। ਉੱਥੇ ਵੀ ਰਾਜਨੀਤੀ ਚੱਲੀ। ਪਰ ਜਿਹੜੀਆਂ ਮੇਰੀਆਂ 2 ਮੰਗਾਂ ਸੀ, ਫਾਸਟ ਟਰੈਕ ਹੈ, ਉਹ ਹੋ ਗਿਆ ਔਰ ਮੈਨੂੰ 2018 ਚ ਉਹ ਵੀ ਸੱਜਣ ਕੁਮਾਰ ਵੀ ਅੰਦਰ ਗਿਆ, ਜਿਹਨੂੰ 3 ਸਾਲ ਦੀ ਸਜ਼ਾ ਹੋਈਆਂ ਸੀ ਦੋਵਾਂ ਨੂੰ, ਕਿਸ਼ਨ ਖੋਖਰ ਔਰ ਮਹਿੰਦਰ ਯਾਦਵ ਨੂੰ, XMLA ਨੂੰ, ਉਹਨਾਂ ਨੂੰ 10-10 ਸਾਲ ਦੀ ਹੋ ਗਈ ਔਰ ਸਾਰੇ ਅੰਦਰ ਨੇ। ਔਰ ਇਹ ਕੇਸ ਲੜਨੇ ਕੋਈ ਸੌਖੇ ਨਹੀਂ ਹੈ ਮੇਰੇ ਲਈ। ਮੈਨੂੰ ਬਹੁਤ, ਆਪਾਂ ਸਾਰੇ ਕਈ ਵਾਰੀ ਕਹਿ ਦਿੰਦੇ ਹਾਂ, ਕਈ ਲੋਕ ਕਹਿ ਦਿੰਦੇ ਨੇ, ਕਈਆਂ ਨੇ ਸਾਨੂੰ ਆਖਿਆ ਕਿ ਵੀ ਬਾਹਰਲੇ ਕਹਿੰਦੇ ਨੇ ਕਿ ਵੀ ਇਹ 84 ਦਾ ਕੁਛ ਨਹੀਂ ਹੋਇਆ, ਕਿ ਲੋਕ ਗਵਾਹ ਬੈਠ ਜਾਂਦੇ ਨੇ। ਮੈਂ ਕਿਸੇ ਦੀ ਕੀ ਗੱਲ ਕਰਨੀ, ਮੈਂ ਆਪਣੀ ਗੱਲ ਕਰਨੀ ਆ ਕਿ ਵੀ ਮੈਂ ਕੇਸਾਂ ਵੱਲ ਧਿਆਨ ਦਿੱਤਾ, ਮੈਂ ਆਪਣੇ ਘਰ ਵੱਲ ਧਿਆਨ ਨਹੀਂ ਦਿੱਤਾ। ਕਿਉਂਕਿ ਮੇਰੇ ਕੋਲ ਇੰਨਾ ਕੁਛ ਹੋਣ ਦੇ ਬਾਵਜੂਦ ਮੈਂ ਅੱਜ ਰੋਡ 'ਤੇ ਆ ਗਈ ਹਾਂ। ਜਿਨ੍ਹਾਂ ਵਿਚਾਰਿਆਂ ਕੋਲ ਕੁਛ ਨਹੀਂ, ਜਿਨ੍ਹਾਂ ਦੇ ਕੋਲ ਰੋਟੀ ਖਾਣ ਨੂੰ ਨਹੀਂ ਹੈਗਾ, ਜੋ ਮੇਰੇ ਵਾਂਗੂ ਇੱਦਾਂ ਕਰਦੇ ਉਹ 'ਤੇ ਮਰ ਜਾਂਦੇ ਵਿਚਾਰੇ। ਕਿਉਂਕਿ ਪਿੱਛੋਂ ਬੈਕ ਨਹੀਂ ਹੈਗੇ, ਕੋਈ ਸਾਥ ਨਹੀਂ ਦਿੰਦਾ। ਗੱਲਾਂ ਆਪਾਂ ਸਾਰੇ ਕਰਦੇ ਨੇ ਇੱਕ ਦੂਜੇ ਨਾਲ, ਪਰ ਪਤਾ ਉਦੋਂ ਲੱਗਦਾ ਜਦੋਂ ਆਪਣੇ 'ਤੇ ਵਿਪਤਾ ਪੈਂਦੀ ਆ। ਕੇਸਾਂ ਦੇ ਚੱਕਰ ਦੇ ਵਿੱਚ ਫੈਕਟਰੀ ਵੱਲ ਧਿਆਨ ਨਹੀਂ ਦਿੱਤਾ। ਕੇਸਾਂ ਦੇ ਚੱਕਰ 'ਚ ਮੇਰਾ ਇਹੋ ਹਾਲ ਹੋਇਆ। ਮੈਂ ਇੱਕ ਸਵੇਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡੀ ਕੋਰਟ 'ਚ ਬਿੱਲ ਉਹ ਹੁੰਦੀ ਸੀ, ਟਰਾਇਲ ਹੁੰਦੀ ਸੀ। ਸ਼ਨੀਵਾਰ ਐਤਵਾਰ ਤੋਂ ਸ਼ਨੀਵਾਰ ਨੂੰ ਵੀ ਬੈਠ ਕੇ ਡਿਸਕਸ ਕਰਨਾ ਪੈਂਦਾ ਸੀ। ਹਫ਼ਤੇ 'ਚ ਇੱਕ ਦਿਨ ਪਰਿਵਾਰ ਨੂੰ ਦੇਖਾਂ ਕਿ ਫੈਕਟਰੀ ਨੂੰ ਦੇਖਾਂ। ਤੁਹਾਨੂੰ ਪਤਾ ਕਿ ਬਿਜ਼ਨਸ ਜਿਹੜੇ ਚੱਲਦੇ ਨੇ ਉਹ ਪਿੱਛੇ ਪੈਰਵਾਈ ਜਦ ਤੱਕ ਨਾ ਪਿੱਛੇ ਸਿਰ 'ਤੇ ਨਾ ਬੈਠੋ, ਲੇਬਰ ਕੰਮ ਨਹੀਂ ਕਰਦੀ। ਮੇਰੀਆਂ
ਫੈਕਟਰੀਆਂ ਵੀ ਗਈਆਂ, ਮੇਰੀ ਅਚਾਰ ਦੀ ਵੀ ਫੈਕਟਰੀ ਸੀ, ਮਸਾਲੇ ਦੀ ਵੀ ਫੈਕਟਰੀ ਸੀ, ਐਕਸਪੋਰਟ ਦੀ ਵੀ ਫੈਕਟਰੀ ਸੀ, ਐਕਸਪੋਰਟ ਦੀ ਉਹ ਬੁਟੀਕ ਵੀ ਸੀ, ਮੇਰਾ ਸਭ ਕੁਝ ਚਲੇ ਗਿਆ, ਮੈਂ ਧਿਆਨ ਨਹੀਂ ਦਿੱਤਾ। ਅੱਜ ਮੇਰੀ ਉਹ ਹਾਲਾਤ ਹੈ, ਮੇਰਾ ਉਹ ਹੈਗਾ ਕਿ ਬਈ ਮੈਂ ਕਿਰਾਏ ਦੇ ਮਕਾਨ 'ਤੇ ਧੱਕੇ ਖਾ ਰਹੀ ਹਾਂ। 8-8 9-9 ਮਹੀਨੇ ਦਾ ਮੇਰਾ ਕਿਰਾਇਆ, ਹੁਣ ਵੀ ਇਸ ਵੇਲੇ ਮੇਰੇ ਸਿਰ 'ਤੇ 9 ਮਹੀਨੇ ਦਾ ਕਿਰਾਇਆ ਹੈਗਾ। ਬੱਚੇ ਮੈਨੂੰ ਪਤਾ ਮੈਂ ਬੜੀ ਮੁਸ਼ਕਿਲ ਨਾਲ ਪੜ੍ਹਾਈ ਨੇ ਕਿਸ ਤਰ੍ਹਾਂ ਕੀਤਾ। ਮੈਂ ਇੰਗਲੈਂਡ ਗਈ ਸੀ, ਜਦੋਂ ਕੇਸ ਦੌਰਾਨ ਮੈਂ ਗਈ ਹਾਂ, ਬੜੀ ਸਪੋਰਟ ਕੀਤੀ ਆ ਉੱਥੇ ਦੀ ਸੰਗਤ ਨੇ, ਇਹ ਨਹੀਂ ਅਸੀਂ ਕਹਿ ਸਕਦੇ, ਪਰ ਕੇਸਾਂ ਨੇ, ਪਰ ਮੇਰਾ ਆਪਣਾ ਸਭ ਕੁਝ ਚਲੇ ਗਿਆ। ਕਿਉਂਕਿ ਜਦੋਂ ਮੈਂ ਕੇਸਾਂ ਵੱਲ ਨਾ, ਦੋਨੋਂ 'ਚ ਇੱਕ ਚੀਜ਼ ਹੋਣੀ ਸੀ, ਜੇ ਮੈਂ ਕੇਸਾਂ ਵੱਲ ਧਿਆਨ ਦਿੰਦੀ ਤੇ ਮੇਰਾ ਕਾਰੋਬਾਰ ਚਲੇਗਾ, ਜੇ ਮੈਂ ਕਾਰੋਬਾਰ ਵੱਲ ਧਿਆਨ ਦਿੰਦੀ ਤਾਂ ਮੈਂ ਕੇਸ ਨਹੀਂ ਸੀ ਚਲਾ ਸਕਦੀ। ਤੇ ਮਨ ਵਿੱਚ ਗਿਲਾ ਵੀ ਕਿਸੇ ਤੇ ਕੋਈ ਨਹੀਂ ਹੈਗਾ, ਕਿਉਂਕਿ ਸਾਡੇ ਮਰੇ ਸੀ, ਅਸੀਂ ਤਾਂ ਲੜਨਾ ਹੀ ਸੀ। ਮੇਰੇ ਮਦਰ ਬਿਮਾਰ ਨੇ, ਹੁਣ ਉਹਨਾਂ ਦਾ ਵੀ ਬਿਜ਼ਨਸ, ਉਹ ਮੈਨੂੰ ਕਿੰਨਾ ਕੁ ਦਿੰਦੇ ਰਹੇ ਉਹਨਾਂ ਦੇ ਵੀ ਆ। ਜਨਵਰੀ ਤੋਂ ਮੇਰੇ ਮਦਰ ਬਿਮਾਰ ਨੇ, ਉਹਨੇ ਅਚਾਨਕ ਇੱਕਦਮ ਹਾਰਟ 'ਚ ਪ੍ਰੋਬਲਮ ਹੋਈ, ਦਿੱਲੀ 'ਚ ਸਾਡੇ ਗਲਤ ਸਟੰਟ ਪੈ ਗਏ, ਔਰ 2-3 ਮਹੀਨੇ ਅਸੀਂ ਉੱਥੇ ਧੱਕੇ ਖਾਂਦੇ ਰਹੇ। ਮਾਰਚ ਮਹੀਨੇ 'ਚ ਮੈਂ ਜ਼ਬਰਦਸਤੀ ਆਪਣੇ ਮਦਰ ਨੂੰ ਆਪਣੇ ਕੋਲ ਲਿਆਈ ਕਿ ਸ਼ਾਇਦ ਇੱਥੇ ਦੇ ਹਵਾ ਪਾਣੀ ਬਦਲੇਗਾ ਤੇ ਫਰਕ ਪੈ ਜਾਏਗਾ, ਕਿਉਂਕਿ ਉੱਥੇ ਪ੍ਰਦੂਸ਼ਣ ਬੜਾ ਦਿੱਲੀ 'ਚ। ਪਰ ਰਾਤ ਹੀ ਕੱਟੀ ਉਹਨਾਂ ਨੇ, ਸਵੇਰੇ ਫਿਰ ਉਹਨਾਂ ਨੂੰ ਅਟੈਕ ਹੋ ਗਿਆ, ਆਰਟਰੀ ਬਰਸਟ ਹੋ ਗਈ, ਉਹਨਾਂ ਦੀ ਓਪਨ ਹਾਰਟ ਸਰਜਰੀ, ਕੋਈ ਨਾ ਕੋਈ ਉਹਨਾਂ ਨੂੰ ਪ੍ਰੋਬਲਮ ਹੈ, ਆਈ ਜਾ ਰਹੀ ਆ। ਮੈਂ ਉਹਨਾਂ ਦੀ ਵੀ ਕੇਅਰ ਕਰ ਰਹੀ ਹਾਂ। ਉੱਧਰ ਮੇਰਾ ਬ੍ਰਦਰ ਦਿੱਲੀ 'ਚ ਬਿਮਾਰ ਪਿਆ, ਉਹਦੇ ਵੀ ਲੀਵਰ 'ਚ ਪ੍ਰੋਬਲਮ ਆਈ ਹੈ। ਤੇ ਸਾਰੇ ਮੈਂ ਕਹਿੰਦੇ ਮੇਰੇ 'ਤੇ ਬਹੁਤ ਪਰੇਸ਼ਾਨੀਆਂ ਚੱਲ ਰਹੀਆਂ ਨੇ। ਪਹਿਲਾਂ ਮੈਂ ਕੰਮ ਵਾਲੀਆਂ ਵੀ ਰੱਖੀਆਂ ਸੀ, ਸਭ ਕੁਝ ਸੀ, ਸਾਰਾ ਹੈਗਾ ਸੀ। ਜਦੋਂ ਮੇਰਾ ਸਾਰਾ ਕੁਝ ਖਤਮ ਹੋ ਗਿਆ, ਹੁਣ ਮੈਂ ਆਪਣੇ ਆਪ ਆਪਣਾ ਘਰ ਦਾ ਕੰਮ ਆਪ ਕਰਦੀ ਹਾਂ, ਮਦਰ ਨੂੰ ਵੀ ਆਪ ਦੇਖਦੀ ਹਾਂ, ਲੁੱਕ ਆਫਟਰ ਕਰ ਰਹੀ ਹਾਂ। ਬੇਟੀ ਨੂੰ ਮੈਂ ਖੋਲ੍ਹ ਕੇ ਦਿੱਤੀ ਸੀ ਬੁਟੀਕ ਹੈ, ਲੋਕਡਾਊਨ ਦੇ ਵੇਲੇ। ਜਨਵਰੀ ਤੋਂ ਨਹੀਂ ਸੀ ਕੰਮ ਕਰ ਸਕੇ, ਕਿਉਂਕਿ ਦਿੱਲੀ ਰਹਿਣਾ, ਕਦੀ ਕਿਸੇ ਨੇ ਜਾਣਾ ਕਦੀ ਕਿਸੇ ਨੇ, ਮੈਂ ਪਰਮਾਨੈਂਟ ਉੱਥੇ ਦਿੱਲੀ ਰਹਿ ਪਈ ਮਦਰ ਕੋਲ। ਲੋਕਡਾਊਨ ਦੇ ਵੇਲੇ ਮਾਰਚ ਮਹੀਨੇ ਤੋਂ ਸਾਡਾ ਕੰਮ ਉਹ ਵੀ ਨਹੀਂ ਚੱਲ ਰਿਹਾ, ਸਾਰਾ ਕੰਮ ਖਤਮ ਹੈ, ਉਸ ਤੋਂ ਬੈਠੇ ਆ। ਕੇਸ ਕਰਨੇ ਚਲਾਉਣੇ ਗੱਲ ਇੱਕ ਹੋਰ ਤਰ੍ਹਾਂ ਦੀ ਹੁੰਦੀ ਆ, ਪਰ ਮਨ ਵਿੱਚ ਇੱਕ ਹੈ ਸੀ ਕਿ ਵੀ ਮੈਂ ਲੜਨਾ ਕੇਸ, ਮੈਂ ਉਹਨੂੰ ਅੰਦਰ ਕਰਨਾ, ਇਹ ਮੇਰੇ ਅੰਦਰ ਜਨੂਨ ਸੀ, ਉਹ ਮੈਂ ਕਰਕੇ ਛੱਡਿਆ। ਪਰ ਦਿੱਕਤ ਵੀ ਨਹੀਂ, ਦਿਲ 'ਚ ਕੁਛ ਗਿਲਾ ਵੀ ਨਹੀਂ ਹੈਗਾ, ਪਰ ਮੈਨੂੰ ਗੁਆਚਣ ਦਾ ਗਮ ਵੀ ਨਹੀਂ ਹੈਗਾ, ਕਿਉਂਕਿ ਜੋ ਮੇਰਾ ਮਕਸਦ ਸੀ ਮੈਂ ਉਹ ਮਕਸਦ 'ਚ ਤਾਂ ਕਾਮਯਾਬ ਹੋ ਗਈ। ਜਿਹਨੇ ਮੈਨੂੰ ਜੇਲਾਂ ਕਟਾਈਆਂ, ਅੱਜ ਉਹ ਵੀ ਤਾਂ ਜੇਲ੍ਹ 'ਚ, ਉਹਨੂੰ ਵੀ ਤਾਂ ਅਹਿਸਾਸ ਹੈ ਨਾ ਕਿ ਮੈਂ ਇੱਕ MP ਹੋਣ ਦੇ ਬਾਵਜੂਦ ਅੱਜ ਜੇਲ੍ਹ 'ਚ ਹਾਂ। ਇਸ ਕਰਕੇ ਮੈਨੂੰ ਕੋਈ ਗਿਲਾ ਵੀ ਨਹੀਂ ਹੈਗਾ। ਮੈਂ ਆਣਖ ਨਾਲ ਜਿਉਣ ਵਾਲੇ ਪਰਿਵਾਰ ਦੇ ਵਿੱਚ ਜੰਮੀ ਪਲੀ ਹਾਂ, ਕਿਉਂਕਿ ਸਾਡੀ ਜਿਹੜੀ ਬੈਕਗਰਾਊਂਡ ਹੈ ਉਹ ਬੜੀ ਹੀ ਸਟਰੋਂਗ ਹੈ। ਪਰਿਵਾਰ ਇੱਕ ਐਸਾ ਸੀ ਜਿਹਨੇ ਹਮੇਸ਼ਾ ਸਾਨੂੰ ਸਿੱਖਿਆ ਇਹੀ ਦਿੱਤੀ ਹੈ ਕਿ ਵੀ ਅਣਖ ਨਾਲ ਜੀਣਾ। ਮੇਰੇ ਜਿਹੜੇ ਮਦਰ ਨੇ, ਉਹਨਾਂ ਨੇ ਪੰਜਾਬੀ ਸੂਬੇ ਦੇ ਵੇਲੇ ਗ੍ਰਿਫਤਾਰੀਆਂ ਕੀਤੀਆਂ, ਲੜਾਈਆਂ ਲੜੀਆਂ, ਔਰ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ, ਇਸ ਕਰਕੇ ਕੋਈ ਮਹਿਸੂਸ ਨਹੀਂ ਕੀਤਾ। ਫਾਦਰ ਸਾਹਿਬ ਨੇ, ਉਹਨਾਂ ਨੇ ਵੀ ਜਿਹੜੇ ਸਾਡੇ ਦਾਦੇ ਪੜਦਾਦੇ ਜੈਤੋ ਦੇ ਮੋਰਚੇ 'ਚ ਲੜਾਈਆਂ ਲੜੀਆਂ, ਗ੍ਰਿਫਤਾਰੀਆਂ ਦਿੱਤੀਆਂ। ਪਿੱਛੋਂ ਮੇਰੇ ਫਾਦਰ ਜਿਹੜੇ ਹੈਗੇ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਨੇ, ਦੁੱਖ ਉਹਨਾਂ ਨੇ ਬੜਾ ਦੇਖਿਆ, ਅਤੇ ਇਸ ਕਰਕੇ ਮੈਂ ਮਹਿਸੂਸ ਵੀ ਨਹੀਂ ਕੀਤਾ ਕਰਦੀ। ਕਈ ਵਾਰੀ ਆਉਂਦਾ ਵੀ ਹੈ, ਅਤੇ ਪਰ ਮੈਂ ਯਾਦ ਕਰਦੀ ਹਾਂ ਉਹ ਟਾਈਮ ਨੂੰ। ਮੇਰੇ ਫਾਦਰ ਸਾਹਿਬ, ਮੇਰੇ ਮਦਰ ਹੋਣੀ, ਅਤੇ ਹੁਣ ਵੀ ਦੱਸਦੇ, ਮੇਰੇ ਫਾਦਰ ਸਾਹਿਬ ਹੋਣੀ ਦੱਸਦੇ ਹੁੰਦੇ ਸੀ ਕਿ ਵੰਡ ਵੇਲੇ ਅਸੀਂ ਸਾਡੇ ਕੋਲ ਕੀ ਸੀ। ਮੇਰੇ ਦਾਦਾ ਜੀ ਦਰੋਗਾ ਸੀ, ਜੋ ਛੱਡ ਗਏ ਸਾਰਾ ਕੁਝ, ਔਰ ਇੱਥੇ ਆ ਕੇ ਕੀ ਕੁਛ ਉਹਨਾਂ ਨੂੰ ਝੱਲਣਾ ਪਿਆ। ਅਤੇ ਇਹ ਸਾਰੀਆਂ ਚੀਜ਼ਾਂ ਰੱਖ ਕੇ ਅਤੇ ਜਦ ਯਾਦ ਆਉਂਦੀਆਂ ਨੇ, ਇਹ ਗੱਲ ਹੈ ਕਿ ਵੀ ਅਸੀਂ ਇੰਨਾ ਕੁਝ ਬਰਦਾਸ਼ਤ ਕਰਨ ਦੇ ਬਾਵਜੂਦ ਅਸੀਂ ਕਿਸੇ ਅੱਗੇ ਝੋਲੀ ਵੀ ਨਹੀਂ ਅੱਡ ਸਕਦੇ ਕਿ ਵੀ ਸਾਡੇ ਇਹ ਹਾਲਾਤ ਨੇ, ਉਹ ਸਾਨੂੰ ਦਿਓ, ਸਾਡੀ ਮਦਦ ਕਰੋ। ਕਿਉਂਕਿ ਕਹਿੰਦੇ ਵੀ ਸ਼ਰਮ ਆਉਂਦੀ ਆ,
ਜਦੋਂ ਯਾਦ ਆਉਂਦਾ, ਜੇ ਕਈ ਵਾਰੀ ਦਿਲ ਡੋਲਦਾ ਤੇ ਇਸ ਕਰਕੇ ਨਹੀਂ ਡੋਲਦਾ, ਮਨ ਨੂੰ ਪੱਕਾ ਕਰ ਲਈਦਾ। ਕਿਉਂਕਿ ਫਾਦਰ ਸਾਹਿਬ ਹੁਣੀ ਦੱਸਦੇ ਨੇ ਕਿ ਜਦੋਂ ਅਸੀਂ ਆਏ ਸੀ, ਉਹਨਾਂ ਦੀ ਹਵੇਲੀ ਏਡੀ ਤਗੜੀ ਸੀ। ਪਿੰਡ ਕਾਂਪੁਰ, ਸਿਆਲਕੋਟ ਦੇ ਲਾਗੇ ਪਿੰਡ ਕਾਂਪੁਰ ਦੇ ਨੇ। ਉਹ ਦੱਸਦੇ ਸੀ ਕਿ ਵੀ ਸਾਡੀ ਹਵੇਲੀ ਏਡੀ ਉੱਚੀ ਸੀ ਕਿ ਊਂਟ ਦੇ ਉੱਤੇ ਬੰਦਾ ਬੈਠਾ ਵੀ ਸਿੱਧਾ ਲੰਘ ਜਾਂਦਾ ਸੀ। ਅਤੇ ਲਾਗੇ ਲਾਗੇ ਪਿੰਡਾਂ 'ਚ ਉਹਨਾਂ ਦੀ ਇੰਨੀ ਠੁੱਕ ਸੀ, ਜਿਹੜੇ ਸਾਡੇ ਦਾਦੇ ਪੜਦਾਦੇ ਜੋ ਕਰਦੇ ਸੀ ਅਤੇ ਲੋਕ ਉਸ ਗੱਲ ਨੂੰ ਮੁੱਕਰਦੇ ਨਹੀਂ ਸੀ। ਉਹ ਹਾਂ ਕਰਦੇ ਸੀ ਕਿਸੇ ਦਾ ਕਰਦੇ ਨੇ, ਅਤੇ ਲੋਕ ਫੈਸਲੇ ਕਰਾਉਣ ਆਉਂਦੇ ਹੁੰਦੇ ਸੀ। ਔਰ ਉਹਨਾਂ ਨੇ ਇੰਨਾ ਟਾਈਮ ਵੇਖਿਆ ਬੁਰਾ। ਉਹ ਇੱਕ ਵਾਰ ਦੀ ਵਾਕਿਆ ਦੱਸਦੇ ਨੇ ਕਿ ਵੀ ਉਹਨਾਂ ਦੇ ਕੋਲ ਰੋਟੀ ਖਾਣ ਲਈ ਵੀ ਪੈਸੇ ਨਹੀਂ ਸੀ ਹੁੰਦੇ ਉਸ ਵੇਲੇ। ਅੱਜ ਤਾਂ ਸਾਡੇ ਕੋਲ ਸਭ ਕੁਛ ਹੈ। ਦੱਸਦੇ ਨੇ ਕਿ ਵੀ ਅਸੀਂ ਕਿੱਦਾਂ ਸਰਵਾਈਵ ਕੀਤਾ, ਕਿੰਨਾ ਕੁਝ ਸਫ਼ਰ ਕੀਤਾ। ਮੇਰੇ ਫਾਦਰ ਸਾਹਿਬ ਦਿੱਲੀ ਆ ਗਏ, ਆਰਮੀ 'ਚ ਹੋ ਗਏ। ਉਸ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਆਪਣਾ ਬਿਜ਼ਨਸ ਲਾਰਜ ਸਕੇਲ 'ਤੇ ਲੈ ਗਏ। ਇੱਕ ਵਾਰ ਦਾ ਵਾਕਿਆ ਦੱਸਦੇ ਨੇ, ਕਈ ਵਾਰੀ ਅਸੀਂ ਬਹੁਤ ਖਰਚਾ ਕਰਦੇ ਹੁੰਦੇ ਸੀ, ਬਹੁਤ ਸ਼ੋਰ ਪਾਉਂਦੇ ਸੀ, ਅਤੇ ਉਹਨਾਂ ਨੇ ਸਾਨੂੰ ਚੁੱਪ ਕਰਾਉਣਾ, ਦੱਸਣਾ। ਸਾਡਾ ਢੱਗੇ ਮਰ ਗਏ ਹਲ ਜੋਤਣ ਵਾਲੇ, ਅਤੇ ਇਹਨਾਂ ਦੇ ਕੋਲ ਪੈਸੇ ਨਹੀਂ। ਉਸ ਵੇਲੇ ਕਿਹੜੇ ਫੋਨ ਫਾਨ ਹੁੰਦੇ ਸੀ। ਅਤੇ ਮੇਰੇ ਫਾਦਰ ਸਾਹਿਬ ਕੁਦਰਤੀ ਪਿੰਡ ਗੱਡੀ ਲੈ ਕੇ ਗਏ, ਅਤੇ ਇੱਕ ਢੱਗੇ ਦੀ ਇੱਕ ਜੋੜੀ ਮਿਲਦੀ ਬਲਦਾਂ ਦੀ, ਇੱਕ ਪਾਸੇ ਢੱਗਾ ਅਤੇ ਦੂਜੇ ਪਾਸੇ ਮੇਰੇ ਤਾਇਆ ਜੀ, ਅਤੇ ਹਲ ਚਲਾ ਰਹੇ। ਅੱਗੇ ਫਾਦਰ ਸਾਹਿਬ ਜਿਹੜੇ ਹੁੰਦੇ ਸਿੱਧੇ ਪਿੰਡ ਜਾਂਦੇ ਹੁੰਦੇ ਸੀ, ਉਦੋਂ ਪਿੱਛੇ ਸਿੱਧੇ ਮੋਟਰ 'ਤੇ ਚਲੇ ਗਏ ਬੰਬੀ 'ਤੇ। ਜਦ ਦੇਖਿਆ ਉਹਨਾਂ ਨੇ ਨਾ, ਅਤੇ ਉਹ ਰੋ ਪਏ ਕਿ ਤੁਸੀਂ ਮੈਨੇ ਕਿ ਮਤਲਬ ਇੰਨਾ ਕਿ ਵੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪੈਸੇ ਹੀ ਨਹੀਂ ਸੀ, ਤੂੰ ਥੋੜ੍ਹੇ ਦਿਨ ਪਹਿਲਾਂ ਤਾਂ ਸਾਨੂੰ ਪੈਸੇ ਦੇ ਕੇ ਗਏ ਸੀ, ਉਹ ਦੋਵੇਂ ਢੱਗੇ ਮਰ ਗਏ, ਅਤੇ ਅਸੀਂ ਤੈਨੂੰ ਕਿਹੜੇ ਮੂੰਹ ਨਾਲ ਕਹਿੰਦੇ ਕਿ ਵੀ ਇਹ। ਅਤੇ ਮੇਰੇ ਫਾਦਰ ਸਾਹਿਬ ਰੋ ਪਏ ਕਿ ਵੀ ਇਹ ਹਾਲਾਤ ਨੇ, ਸਾਨੂੰ ਕਈ ਵਾਰੀ ਦੱਸਣਾ। ਅਤੇ ਅਸੀਂ ਉਹ ਚੀਜ਼ਾਂ ਯਾਦ ਕਰਕੇ ਅਤੇ ਮਨ ਨੂੰ ਇਹ ਆ ਜਾਂਦਾ ਸੰਤੁਸ਼ਟੀ ਹੁੰਦੀ, ਪਰਮਾਤਮਾ ਤੇਰਾ ਸ਼ੁਕਰ ਆ ਰੋਟੀ 'ਤੇ ਖਵਾ ਰਹੇ ਹਨ। ਮੇਰੇ ਮਾਤਾ ਜੀ ਨੇ ਜਿਹੜੇ ਉਹ ਪੰਜਾਬੀ ਸੂਬੇ ਮੋਰਚੇ 'ਚ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਉਸ ਵੇਲੇ ਸੀ। ਉਸ ਤੋਂ ਬਾਅਦ ਉਹਨਾਂ ਨੂੰ ਵੀ ਬੜੀਆਂ ਪਰੇਸ਼ਾਨੀਆਂ ਆਈਆਂ। ਉਸ ਵੇਲੇ ਉਹਨਾਂ ਦਾ ਮਕਲਾਵਾ ਨਹੀਂ ਸੀ। ਬੜੇ ਲੋਕ ਕਹਿੰਦੇ, ਬੜਾ ਮੇਰੇ ਫਾਦਰ ਸਾਹਿਬ ਦੱਸ ਦਿੰਦੇ ਨੇ ਕभी ਮੈਨੂੰ ਕਿਹਾ ਕਿ ਵੀ ਇਹ ਜਿਹੜੀ ਜੇਲ੍ਹ 'ਚ ਰਹਿ ਕੇ ਆਈ ਹੈ ਵੀ ਨਾ, ਨਿਰਮਲ ਸਿੰਘ ਨਿੰਮੇ, ਫਾਦਰ ਸਾਹਿਬ ਨੂੰ ਨਿੰਮਾ ਕਹਿੰਦੇ, ਨਿੰਮੇ ਵੀ ਆਪਾਂ ਨਹੀਂ ਲਿਆਉਣੀ, ਵੀ ਤੇਰਾ ਹੋਰ ਵਿਆਹ ਕਰ ਦਾਂਗੇ। ਪਰ ਮੇਰੇ ਦਾਦਾ ਜੀ ਦਾ ਜ਼ੋਰ ਸੀ। ਮੇਰੇ ਦਾਦਾ ਜੀ ਨੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਵੀ ਤੂੰ ਕੀ ਸੋਚਦਾ, ਕੀ ਗੱਲ ਆ। ਕਹਿੰਦੇ ਆਪਾਂ ਇਹ ਕੰਮ ਨਹੀਂ ਕੀਤਾ, ਨਾ ਕਰਨਾ। ਉਹ ਕਿਹੜੀ ਚੋਰੀ ਜਾਰੀ 'ਚ ਗਈ ਆ, ਕੌਮਲੇ ਗਈ ਆ, ਆਪਾਂ ਉੱਥੇ ਹੀ ਜਾਣਾ, ਉੱਥੋਂ ਹੀ ਮਕਲਾਵਾ ਲੈ ਕੇ ਆਉਣਾ। ਮੇਰੇ ਫਾਦਰ ਸਾਹਿਬ ਵੀ ਕਹਿੰਦੇ ਨਹੀਂ, ਮੈਂ ਵੀ ਇਹੀ ਰਾਏ ਮੇਰੀ ਵੀ, ਮੈਂ ਨਹੀਂ ਕਿਸੇ ਦੀ ਸੁਣਦਾ। ਉਹਨਾਂ ਨੇ ਇੰਨੇ ਸੰਘਰਸ਼ ਕੀਤਾ ਉਸ ਵੇਲੇ ਵੀ। ਫਿਰ ਉਸ ਤੋਂ ਬਾਅਦ 84 'ਚ ਉਹਨਾਂ ਨੂੰ ਮਾਰ ਪਈ। ਉਸ ਤੋਂ ਬਾਅਦ ਹੁਣ 3 ਸਾਲ 1 ਮਹੀਨੇ ਜੇਲ੍ਹ ਕੱਟੀ। ਉਹਨਾਂ ਨੂੰ ਮੇਰੇ ਕਰਕੇ ਕਿੰਨਾ ਟੌਰਚਰ ਕਰਨਾ ਪਿਆ। ਮੇਰੀ ਗਵਾਹੀ ਮੁਕਰਾਉਣ ਦੇ ਵੇਲੇ ਉਹਨਾਂ ਨੂੰ, ਇਹਨਾਂ ਸੱਜਣ ਕੁਮਾਰ ਦੇ ਬੰਦੇ, ਉਹਨਾਂ ਨੂੰ ਕੋਠੇ 'ਤੇ ਸੁੱਟਤਾ। ਉਹਨਾਂ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਔਰ ਫੜੇ ਗਏ ਜਦੋਂ। ਕਿੰਨਾ ਰਿਮਾਂਡ ਉਹਨਾਂ ਨੇ ਬਰਦਾਸ਼ਤ ਕੀਤਾ। ਉਹਨਾਂ ਨੂੰ ਕਰੰਟ ਵੀ ਲੱਗੇ, ਪੁੱਠਾ ਵੀ ਟੰਗਿਆ ਉਹਨਾਂ ਨੂੰ, ਸਭ ਕੁਛ ਉਹਨਾਂ ਨੇ ਸਹਾਇਆ ਸਾਰਿਆ। ਫਿਰ ਉਸ ਤੋਂ ਬਾਅਦ ਹੁਣ ਵੀ ਉਹਨਾਂ ਦੇ ਅੰਦਰ ਹਜੇ ਵੀ ਜਜ਼ਬਾ, ਦੇਖੋ ਆਪਰੇਸ਼ਨ ਹੋਣ ਦੇ ਬਾਵਜੂਦ ਵੀ ਹਜੇ ਵੀ ਉਹ ਡੋਲਦੇ ਨਹੀਂ। ਕਹਿੰਦੇ ਨੇ, ਗੱਲ ਕਹਿੰਦੇ ਮੈਂ ਤਾਂ ਕਹਿੰਦੀ ਹਾਂ ਹਜੇ ਵੀ ਕੰਮ ਕਰ ਲਾਂ। ਕਈ ਵਾਰੀ ਮੈਂ ਥੱਕ ਜਾਂਦੀ, ਹਜੇ ਵੀ ਨੇ ਕਹਿੰਦੇ ਮੈਂ ਤਾਂ ਤੇਰੇ ਜਿੱਡੀ ਸੀ ਨਾ, ਤੇਰੇ ਜਿੰਨੀ ਮੈਂ ਤਾਂ ਬੜਾ ਕੰਮ ਕਰ ਲੈਂਦੀ ਸੀ। ਉਹਨਾਂ ਦੇ ਅੰਦਰ ਹਜੇ ਵੀ ਬੜਾ ਕੰਮ ਕਰਨ ਦਾ, ਅਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਪ੍ਰੇਰਨਾ ਲੈਂਦੀ ਹਾਂ ਮੈਂ। ਉੱਥੋਂ ਵੀ ਦੇਖ ਕੇ ਮੇਰਾ ਮਨ ਨਹੀਂ ਡੋਲਦਾ। ਅੰਤ 'ਚ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ठाकुर कर तर जन नानक बल बल सत बल जाइए तेरा अंत न पावरिया हरिया क्या नानक जंत विचार घट घट अंतर सर्व निरंतर दी हरिये को पुरख समाना एक दाते एक बेखरी दी सब तेरे चूज मिलाना तू आपे दाता आपे पुता जी हो तुझ में अमर न जागतारा जो सेवा तुझी जन नानक तिन कुर्बाना हर ते आवे जिन सेविया मेरा हर जी ते हर हर सुवासी बना दी भरे बेअंत बेअंता तेरे भगत सलाह तुझी हर अन के अनेक अनंता तेरी अनक करे हर पूजा जी तप है जप है बेअंता तेरे अनेक पढ़ाए बहु सिमरत सासत दी तेरे आखट करिम करंता से भगत परे सदा तोवे कुदी तूने चल करता सोई तुझे आपे भावै सोई वर्तै जी तू आपे करे सोई तुझे आपे सृष्ट सब उपाय जी तुझे आपे सिरज सब कोई जन नानक गुण गावे करते के जी जो सब सैम अल्लाह चौथा तू करता सत्याद में दासाई जो तुझे तुझ बिन दूजा कोई नाई जी जग सब बस ਤੁਸੀਂ ਨਾ ਉਹ ਮਸੰਮੀ ਇਦਾਂ ਹੀ ਰੱਖ ਦਿਓ ਵਿੱਚ ਵੱਡੀ ਤੇ ਦੇ ਦਿਓ ਖਵਾ ਦਿਓ ਹਾਂ ਵਿੱਚ ਐਂ ਵਿੱਚ ਰੱਖ ਦਿਓ एक नचित समूल मना आज बिसरत तेरे गुण गलिया रहा ना हो जति सती नहीं पड़िया मूर्ख मुगदा जन्म पेहा प्रणवत नानक तिनकी सरना ਲੈ ਲਈ जिन तू नाही विसरिया आसा महला पंजवा भई प्राप्त मानक दे हुरिया हमारे मारिया तू सतर हमारे मारिया आप हाथ दे मुझे उमरिया मरण काल का